सतनाम वाहिगुरु साहिब जीओ। टंडोलत ढूंढत हाँ फिरी, टह टह पवन करार। पारे टहते टह पे, हौले निकसे पार। टंडोलत ढूंढत हाँ फिरी, टह टह पवन करार। पारे टहते टह पे, हौले निकसे पार। अमर अजाची हर मिले, तिनकै हों बल जाऊं। तिनकी धूड़ अकुली है, संगत मेल मिलाओ। मन दिया गुर अपने, पाया निर्मल नाम। जिन नाम दिया तिस सेवसा, तिस बलिहारै जाऊं। जो उसारे सो ढासी, तिस बिन अवर न कोय। गुर प्रसादी तिस सम्मला, तां तन दुख ना होए। जो उसारे सो ढासी, तिस बिन अवर न कोय। गुर प्रसादी तिस सम्मला, तां तन दुख ना होए। वाहिगुरु जी का खालसा, वाहिगुरु जी की फतेह। सतगुरु दसां पातशाहियां दे प्रतख स्वरूप अकाल मूरत श्री गुरु ग्रंथ साहिब पातशाह जी दे सजे हुए दीवान विच जुड़ बैठे सत्कारयोग सन्मानयोग साध संगत जीओ। आप जी हर रोज़ की तरह सतगुरां दा प्यार हिरदे विच लैके गुरु की हजूरी विच पहुँचे। अज दे लड़ीवार प्रकरण विच जो कि चलदी दखणी ओंकार नाम की बाणी की व्याख्या विच 30 नंबर श्लोक है। जिवें कि उस ब्राह्मण नूं जो एक मूर्ति का पुजारी है और उसनूं परमात्मा दस के लोकां नूं भी उहदे लड़ लाउंदा है। गुरु नानक साहब पातशाह जी उन्हां नूं मिले, क्योंकि सतगुरां दा एक यतन है मनुख अरोग हो जाए, शुद्ध हो जाए, पवित्र हो जाए। ਇਹਦੇ आले दुआले जो कूड़ा कबाड़ गंदमंद है लै जाए सारा। गुरु ग्रंथ साहिब जी की सारी बाणी का एको ही यतन है, वो यतन है कि मनुख मनुख बन जाए।
ਆਦਮੀ ਆਦਮੀ ਬਣ ਜਾਏ। ਜਿਵੇਂ ਦਾ ਇਹਨੂੰ ਅਕਾਲ ਪੁਰਖ ਨੇ ਸਿਰਜਿਆ ਤੇ ਬਣਾਇਆ ਹੈ, ਉਹਦੇ ਵਿੱਚੋਂ ਇਹ ਕੱਢੇ ਕੁਝ ਨਾ ਤੇ ਆਪਣੇ ਵੱਲੋਂ ਇਹਦੇ ਉੱਤੇ ਪਾਏ ਕੁਝ ਨਾ, ਬਸ ਸਾਰਾ ਪ੍ਰਯੋਜਨ ਇੱਕੋ ਹੀ। ਕੱਲ ਕਿਸੇ ਗੁਰਮੁਖਾਂ ਨੇ ਇਹ ਪੁੱਛਿਆ ਸੀ ਸਵਾਲ, ਔਰ ਉਹ ਬਹੁਤ ਪਿਆਰਾ ਸਵਾਲ ਹੈ। ਸ਼ਾਇਦ ਮੈਂ ਉਹਨਾਂ ਦਾ ਕੱਲ ਜਵਾਬ ਨਹੀਂ ਸੀ ਦੇ ਸਕਿਆ, ਬਾਅਦ ਵਿੱਚ ਖਿਆਲ ਆਇਆ ਕਿ ਜਿਹੜੀ ਤੁਕ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸ਼ਬਦ ਦੀ, ਜਿਹਦੇ ਵਿੱਚ ਉਹ ਕਹਿੰਦੇ ਨੇ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ। ਉਹ ਕਹਿੰਦੇ ਵੀ ਖਾਲਸ ਦਾ ਅਰਥ ਤੇ ਸ਼ੁੱਧ ਹੈ, ਪਿਓਰ, ਪਰ ਅੱਗੇ ਇੱਕ ਸ਼ਬਦ ਆ ਗਿਆ ਨਾ ਖਾਲਸ। ਇਹਦਾ ਕੀ ਅਰਥ ਕਰਾਂਗੇ? ਨਾ ਖਾਲਸ ਦਾ ਅਰਥ ਤੇ ਹੋਏਗਾ ਜਿਹੜਾ ਸ਼ੁੱਧ ਨਹੀਂ, ਨੈਗੇਟਿਵ ਅੱਗੇ ਨਾ ਵਾਚਕ ਆ ਗਿਆ। ਮੈਂ ਵੀ ਜਿੰਨਾ ਕੁਝ ਸਮਝ ਆਈ ਉਹਨਾਂ ਨੂੰ ਕਹਿ ਦਿੱਤਾ, ਪਰ ਬਾਅਦ ਵਿੱਚ ਸੋਚਿਆ ਅਰਥ ਕੀਤੇ ਸਨ। ਖਾਲਸੇ ਦਾ ਅਰਥ ਹੈ ਸ਼ੁੱਧ, ਨਖਾਲਸ ਦਾ ਅਰਥ ਹੈ ਉਹਦੇ ਤੋਂ ਵੀ ਸ਼ੁੱਧ। ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਹਰ ਨੇ ਕਵਿਤਾ ਦੇ ਔਰ ਅਧਿਆਤਮ ਦੇ। ਉਹਨਾਂ ਨੇ ਇਹਨਾਂ ਦੋ ਸ਼ਬਦਾਂ ਦੇ ਵਿੱਚ ਕੁਝ ਲੁਕੋ ਕੇ ਰੱਖਿਆ। ਆਪ ਜੀ ਹੈਰਾਨ ਹੋਵੋਗੇ ਕਿ ਕਵਿਤਾ ਦੇ ਸੰਬੰਧ ਵਿੱਚ ਅੱਜ ਤੱਕ ਜਿੰਨੇ ਵੀ ਕਵੀ ਹੋਏ ਨੇ, ਕਿਸੇ ਨੇ ਇੱਕ ਅੱਖਰੀ ਛੰਦ ਨਹੀਂ ਲਿਖੀ ਅੱਜ ਤੱਕ ਕਵਿਤਾ ਵਿੱਚ। ਕਿਸੇ ਨੇ ਵੀ ਇੱਕ ਅੱਖਰੀ, ਮੈਨੂੰ ਦੱਸਿਆ ਗੁਰਮੁਖਾਂ ਨੇ ਕਵਿਤਾ ਜਿਹਨੇ ਰਚਦੇ ਨੇ, ਕਿਸੇ ਕਵੀ ਨੇ ਇੱਕ ਅੱਖਰੀ ਛੰਦ ਨਹੀਂ ਲਿਖੀ ਅੱਜ ਤੱਕ। ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲਿਖੀ ਜਾਪ ਸਾਹਿਬ ਦੇ ਵਿੱਚ ਅਜੈ ਅਲੈ ਅਬੈ ਅਬੂ ਅਜੂ। ਇਹ ਇੱਕ ਅੱਖਰੀ ਛੰਦ ਹੈ, ਉਹ ਹੀ ਲਿਖ ਸਕੇ ਨੇ ਬਸ। ਤੇ ਉਹਨਾਂ ਨੇ ਇਸ ਅੱਖਰ ਵਿੱਚ ਕਿ ਤਬ ਖਾਲਸ ਤਾਹੇ ਨਖਾਲਸ ਜਾਣੈ ਇੱਕ ਬੜੀ ਬਾਖੂਬੀ ਦਲੀਲ ਦਿੱਤੀ ਹੈ। ਕਹਿੰਦੇ ਨੇ ਖਾਲਸਾ ਉਹ ਹੈ ਜਿਹੜਾ ਦਿਨ ਰਾਤ ਪੂਰਨ ਜੋਤ ਜਪੈ ਨਿਸ਼ਬਾਸਰ। ਦਿਨ ਰਾਤ ਵਾਹਿਗੁਰੂ ਨੂੰ ਜਪਦਾ, ਉਹਦੇ ਅੰਦਰ ਉਹਦੀ ਤਾਰ ਚੱਲੀ ਜਾਂਦੀ, ਨਿਰੰਤਰ ਉਹਦਾ ਕਨੈਕਸ਼ਨ ਬਣਿਆ ਹੋਇਆ। ਵੈਸੇ ਖਾਲਸਾ ਜਿਹੜਾ ਸ਼ਬਦ ਹੈ, ਇਹਦੇ ਰਾਜਨੀਤਿਕ ਦੁਨੀਆ ਦੇ ਵਿੱਚ ਬਾਦਸ਼ਾਹ ਦੇ ਵਿੱਚ ਵੀ ਅਰਥ ਵਰਤੇ ਜਾਂਦੇ ਸਨ। ਪਹਿਲਾਂ ਖਾਲਸਾ ਉਸ ਬੰਦੇ ਨੂੰ ਕਿਹਾ ਜਾਂਦਾ ਸੀ ਜਿਹਦਾ ਬਾਦਸ਼ਾਹ ਦੇ ਨਾਲ ਡਾਇਰੈਕਟ ਸੰਬੰਧ ਹੁੰਦਾ ਸੀ, ਸਿੱਧਾ। ਖਾਲਸੇ ਦੇ ਜਿੱਥੇ ਸ਼ੁੱਧ ਅਰਥ ਨੇ ਨਾ, ਖਾਲਸ ਦੇ ਜਿੱਥੇ ਅਰਥ ਨੇ ਬਿਲਕੁਲ ਸਾਫ਼, ਉੱਥੇ ਖਾਲਸੇ ਦੇ ਅਰਥ ਇਹ ਵੀ ਬਣਦੇ ਨੇ ਡਾਇਰੈਕਟ ਵੱਡੀ ਸ਼ਕਤੀ ਨਾਲ ਜੁੜਿਆ ਹੋਇਆ, ਜਿਹਦੇ ਰਾਹ ਵਿੱਚ ਹੋਰ ਕੋਈ ਨਹੀਂ, ਸਿੱਧਾ ਹੀ ਜੁੜ ਗਿਆ, ਜਿਹਦੀ ਸਿੱਧੀ ਤਾਰ ਅਕਾਲ ਪੁਰਖ ਨਾਲ ਜੁੜੀ। ਤਬ ਖਾਲਸ ਕਹਿੰਦੇ ਜਦੋਂ ਉਹ ਖਾਲਸਾ ਬਣ ਗਿਆ ਨਾ, ਹੁਣ ਉਹਦੇ ਤੋਂ ਅੱਗੇ ਤੇ ਕੋਈ ਚੀਜ਼ ਨਹੀਂ। ਖਾਲਸੇ ਦਾ ਅਰਥ ਜਿਵੇਂ ਦਾ ਆਦਮੀ ਪਰਮਾਤਮਾ ਨੇ ਬਣਾਇਆ ਸੀ। ਨਖਾਲਸ ਦਾ ਕੀ ਅਰਥ ਹੈ? ਇਹ ਬਹੁਤ ਸੋਚਣ ਵਾਲੀ ਗੱਲ ਹੈ, ਕਿਉਂਕਿ ਖਾਲਸੇ ਤੋਂ ਅੱਗੇ ਤੇ ਕੋਈ ਅਵਸਥਾ ਹੀ ਨਹੀਂ ਧਰਮ ਦੀ, ਆਖਰੀ ਅਹੁਦਾ ਹੈ। ਉਹਦੇ ਤੋਂ ਉੱਤੇ ਹੋਰ ਕੁਝ ਵੀ ਨਹੀਂ। ਖਾਲਸੇ ਤੋਂ ਉੱਤੇ ਜਾਂ ਕਹਿ ਲਓ ਅਭਿਆਗਤ, ਮੁਕਤ ਜਾਂ ਸੰਤ ਜਾਂ ਬ੍ਰਹਮ ਗਿਆਨੀ, ਇੱਕੋ ਸ਼ਬਦ, ਇੱਕੋ ਸ਼ਖਸੀਅਤ ਦੇ ਕਈ ਅੱਖਰ ਵਰਤੇ ਗਏ ਨੇ, ਸ਼ਬਦ ਵਰਤੇ। ਖਾਲਸੇ ਤੋਂ ਅੱਗੇ ਕੋਈ ਰੈਂਕ ਨਹੀਂ ਅਧਿਆਤਮਵਾਦ ਵਿੱਚ। ਖਾਲਸੇ ਦੇ ਅਰਥ ਪਰਮਾਤਮਾ ਹੀ ਨੇ, ਬਿਲਕੁਲ ਸ਼ੁੱਧ, ਨਾਤਾ ਤੋਤਾ ਤੁਪਿਆ ਹੋਇਆ। ਫਿਰ ਨਖਾਲਸ ਕੀ ਹੋਇਆ? ਨਖਾਲਸ ਦਾ ਅਰਥ ਹੈ ਜਿਹੜਾ ਖਾਲਸਾ ਬਣ ਕੇ ਵੀ ਭੁੱਲ ਜਾਏ ਵੀ ਮੈਂ ਸ਼ੁੱਧ ਹੋ ਗਿਆ, ਉਹਦੇ ਅੰਦਰ ਇਹ ਹਉਮੈ ਨਾ ਬਣੇ। ਖਾਲਸਾ ਹੋਣ ਦੀ, ਸ਼ੁੱਧ ਹੋਣ ਦੀ, ਸੰਤ ਹੋਣ ਦੀ, ਗੁਰਮੁਖ ਹੋਣ ਦੀ ਵੀ ਇੱਕ ਅੰਦਰ ਮੈਲ ਬਣਦੀ ਹੈ, ਬਿਲਕੁਲ ਸਿਰੇ ਤੇ ਜਾ ਕੇ ਵੀ। ਜਦੋਂ ਆਦਮੀ ਆਪਾਂ ਸੰਸਾਰੀਆਂ, ਸੰਸਾਰੀ ਦਾ ਤੇ ਇੱਕ ਹੰਕਾਰ ਹੈ ਨਾ, ਸੰਸਾਰੀ ਦਾ ਤੇ ਹੰਕਾਰ ਮੋਟਾ ਹੈ। ਆ ਦੋ ਸ਼ਬਦ ਆਏ ਨੇ ਕੱਲ। ਤੁਸੀਂ 12 ਮਾਹ ਵਿੱਚੋਂ ਇੱਕ ਸ਼ਬਦ ਸੁਣਿਆ ਸੀ ਮਾਘ ਮਹੀਨੇ ਦੇ ਸੰਬੰਧ ਵਿੱਚ।
ਉਹਦੇ ਵਿੱਚ ਸ਼ਬਦ ਆਇਆ ਸੀ ਵੀ ਤੂੰ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰ, ਉਹਦੇ ਵਿੱਚ ਤੇਰਾ ਕਾਮ ਤੇ ਕ੍ਰੋਧ ਘਟੇਗਾ ਤੇ ਬਿਨਸੈ ਲੋਭ ਸਮਾਨ। ਇਹਦੇ ਵਿੱਚ ਇੱਕ ਸ਼ਬਦ ਆਇਆ ਸੀ ਮਨ ਤੇ ਜਾਏ ਗੁਮਾਨ, ਗੁਮਾਨ ਸ਼ਬਦ ਆਇਆ। ਇੱਕੋ ਜਿਹੇ ਕਈ ਸ਼ਬਦ ਨੇ। ਹੰਕਾਰ, ਹਉਮੈ, ਮੇਰੀ ਮੇਰੀ ਕਰਤੇ ਜਨਮ ਗਇਓ, ਇਹ ਵੀ ਉਹੀ ਚੀਜ਼ ਹੈ। ਇਹਦੇ ਤੋਂ ਅੱਗੇ ਸ਼ਬਦ ਆਇਆ ਮਾਨ, ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਤੇ ਮਾਨ ਤੋਂ ਵੀ ਅੱਗੇ ਇੱਕ ਸ਼ਬਦ ਆਇਆ, ਉਹਨੂੰ ਕਹਿੰਦੇ ਨੇ ਗੁਮਾਨ। ਗੁਮਾਨ ਸ਼ਬਦ ਬਹੁਤ ਹੰਕਾਰ ਦੀ ਬੜੀ ਡੂੰਘੀ ਵਿਆਖਿਆ ਕਰਦਾ ਹੈ। ਗੁਮਾਨ ਗੱਗੇ ਦਾ ਅਰਥ ਹੈ ਗਹਿਰਾ, ਮਾਨ ਦੇ ਅਰਥ ਨੇ ਹੰਕਾਰ। ਉਹ ਹੰਕਾਰ ਜਿਹੜਾ ਬੜਾ ਹੀ ਡੂੰਘਾ ਹੈ, ਜਿਹੜਾ ਪਕੜੇ ਨਹੀਂ ਜਾਂਦਾ ਬੰਦੇ ਤੋਂ, ਉਹਨੂੰ ਪਤਾ ਹੀ ਨਹੀਂ ਹੁੰਦਾ। ਸਾਨੂੰ ਕੋਈ ਕਵੇ, ਕੋਈ ਕਹਿਦਾ ਤੂੰ ਬੜਾ ਹੰਕਾਰੀ ਹੈ, ਸਾਨੂੰ ਆਪਣਾ ਹੰਕਾਰ ਕਿੱਥੇ ਦਿਸਦਾ? ਦੂਜੇ ਦਾ ਤੇ ਦਿਸੇਗਾ। ਤਾਂ ਹੀ ਤੇ ਸਤਿਗੁਰੂ ਕਹਿੰਦੇ ਗੁਰੂ ਤੋਂ ਬਿਨਾਂ ਆਦਮੀ ਅੰਨਾ ਹੈ। ਜਿਵੇਂ ਇਉਂ ਕਹਿ ਲਈਏ ਸ਼ੀਸ਼ੇ ਤੋਂ ਬਿਨਾਂ ਆਦਮੀ ਅੰਨਾ ਹੈ, ਆਪਣੇ ਆਪ ਨੂੰ ਨਹੀਂ ਵੇਖ ਸਕਦਾ। ਮੇਰੇ ਚਿਹਰੇ ਤੇ ਮਿੱਟੀ ਕਿੱਥੇ ਲੱਗੀ ਹੈ, ਮੇਰੇ ਦਸਤਾਰ ਤੇ ਵਲ ਕਿੱਥੇ ਨਿਕਲਿਆ ਹੈ, ਸ਼ੀਸ਼ੇ ਤੇ ਖਬਰ ਦੇ ਸਕਦਾ ਨਾ। ਸ਼ੀਸ਼ੇ ਤੋਂ ਬਿਨਾਂ ਚਿਹਰਾ ਕਿਵੇਂ ਦਿਸੇਗਾ? ਜਿੰਨਾ ਚਿਰ ਸਾਨੂੰ ਆਪਣਾ ਹੰਕਾਰ ਨਹੀਂ ਦਿਸਦਾ, ਉਹਨਾਂ ਚਿਰ ਅਸੀਂ ਇਸ ਮਾਰਗ ਤੇ ਤੁਰ ਹੀ ਨਹੀਂ ਸਕਦੇ, ਨਾ ਸਾਡਾ ਦੁੱਖ ਮਿਟ ਸਕਦਾ ਹੈ। ਤੇ ਆਪਣਾ ਹੰਕਾਰ ਸਾਨੂੰ ਆਪ ਕਦੀ ਵੀ ਨਹੀਂ ਦਿਸੇਗਾ। ਤੁਸੀਂ ਹਰਨਾਕਸ਼ ਨੂੰ ਪੁੱਛ ਕੇ ਵੇਖ ਲਓ, ਤੂੰ ਹੰਕਾਰੀ ਏ? ਕਹੇਗਾ ਨਹੀਂ ਜੀ, ਮੈਂ ਕਿੱਥੇ ਹੰਕਾਰੀ, ਜਦ ਕਿ ਉਹਦੇ ਵਰਗਾ ਹੰਕਾਰੀ ਕੋਈ ਨਹੀਂ। ਹਰਨਾਕਸ਼ ਵੀ ਨਹੀਂ ਮੰਨੇਗਾ, ਉਹਨੇ ਵੀ ਨਾ ਕਰ ਦੇਣੀ। ਤੇ ਜੇ ਹਰਨਾਕਸ਼ ਨਹੀਂ ਮੰਨਦਾ ਤੇ ਆਪਾਂ ਕਿੱਥੇ ਮੰਨਣ ਲੱਗੇ ਹਾਂ? ਦੂਜਾ ਚਾਹੀਦਾ, ਦੂਜਾ ਚਾਹੀਦਾ। ਇਸ ਕਰਕੇ ਮੈਂ ਬੇਨਤੀ ਕਰਾਂ, ਜਿਹਦਾ ਹੰਕਾਰ ਬਿਲਕੁਲ ਖਤਮ ਹੋ ਜਾਏ, ਉਹਨੂੰ ਗੁਰੂ ਦੀ ਲੋੜ ਨਹੀਂ। ਗੁਰੂ ਦੀ ਲੋੜ ਹੀ ਤਾਂ ਬੰਦੇ ਦਾ ਹੰਕਾਰ ਹੁੰਦਾ ਹੈ। ਔਰ ਮੈਂ ਇੱਕ ਹੋਰ ਬੇਨਤੀ ਕਰਾਂ, ਜਿੰਨਾ ਬੰਦੇ ਦਾ ਹੰਕਾਰ ਨਰਮ ਹੋਵੇਗਾ, ਉਹਨਾਂ ਉਹ ਗੁਰੂ ਕੋਲੋਂ ਟੁੱਟ ਜਾਏਗਾ। ਤੇ ਜਿੰਨਾ ਹੰਕਾਰ ਸਖਤ ਹੋਵੇਗਾ ਨਾ, ਜੇ ਆਪਾਂ ਸਤਿਗੁਰੂ ਕੋਲ ਜਾ ਕੇ ਕਹਿ ਦਿੱਤਾ ਮਹਾਰਾਜ ਕਿਰਪਾ ਕਰੋ, ਤੇ ਉਹਨਾਂ ਕਹਿਣਾ ਵੀ ਤੇਰੇ ਵਿੱਚ ਹੰਕਾਰ ਹੈ, ਪਰ ਤੇਰਾ ਹੰਕਾਰ ਮੇਰੇ ਤੋਂ ਨਹੀਂ ਟੁੱਟਣਾ, ਜਾ ਤੂੰ ਸਿੱਖਾਂ ਕੋਲ ਜਾ। ਤੁਸੀਂ ਹੈਰਾਨ ਹੋਵੋਗੇ। ਇਹਦੇ ਉਦਾਹਰਣ ਮਿਲਦੇ ਨੇ, ਬੜੇ ਲੋਕ ਨੇ, ਬੜੇ ਸੱਜਣ ਮਿਲਦੇ ਨੇ, ਕਹਿੰਦੇ ਇੰਨੇ ਚਿਰ ਦੇ ਅਸੀਂ ਪਰਪੱਕ ਹਾਂ, ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਨੇੜੇ ਹਾਂ, ਸੈਂਕੜਿਆਂ ਦੀ ਗਿਣਤੀ ਵਿੱਚ ਪਾਠ ਵੀ ਕੀਤੇ ਨੇ, ਵਿਆਖਿਆ ਸਮੇਤ, ਬੜਾ ਕੁਝ ਹੈ। ਪਰ ਬਾਅਦ ਵਿੱਚ ਕਹਿੰਦੇ ਨੇ ਬਈ ਕੁਝ ਅੰਦਰ ਟਿਕਿਆ ਨਹੀਂ, ਰਸ ਨਹੀਂ ਆਇਆ। ਬੜੀ ਕਮਾਲ ਦੀ ਗੱਲ ਹੈ। ਇਹ ਤਾਂ ਕਹਿਣਾ ਵੀ ਨਹੀਂ ਚਾਹੀਦਾ, ਪਰ ਹਿੰਮਤ ਕਰਕੇ ਕਹਿ ਦਿੰਦੇ ਨੇ। ਇੰਨੇ ਸਾਲਾਂ ਤੋਂ ਇੰਨੀ ਬਾਣੀ ਪੜ੍ਹੀ ਗਈ, ਇੰਨਾ ਕੁਝ ਕੀਤਾ ਗਿਆ, ਪਰ ਅੰਦਰ ਕੋਈ ਨਰਮਾਈ, ਟਿਕਾ, ਆਨੰਦ ਨਾਂ ਦੀ ਚੀਜ਼ ਜੋ ਬਾਣੀ ਵਿੱਚ ਕਹੀ ਗਈ ਹੈ ਨਹੀਂ। ਹੁਣ ਕੀ ਕਰੀਏ? ਤੇ ਮੈਂ ਕਹਿੰਦਾ ਇੱਕੋ ਹੀ ਕਰਨ ਵਾਲਾ ਰਹਿ ਗਿਆ। ਹੁਣ ਸਤਿਗੁਰੂ ਨੂੰ ਥੋੜ੍ਹਾ ਜਿਹਾ ਆਰਾਮ ਕਰਨ ਦਿਓ, ਤੁਸੀਂ ਸਿੱਖਾਂ ਦੀ ਸੇਵਾ ਕਰੋ ਜਾ ਕੇ। ਕਹਿੰਦੇ ਨਾ ਜੀ, ਅਸੀਂ ਸਿੱਖ ਤੇ ਉਹ ਸਾਡੇ ਵਰਗੇ ਨੇ, ਝੁਕੇ ਹੀ ਨਹੀਂ ਰਾਹ ਵਿੱਚ ਸੰਗਤ ਦੇ ਅੱਗੇ। ਗੁਰਸਿੱਖਾਂ ਦੀ ਧੂੜ ਮੰਗੀ ਹੀ ਕਦੇ ਨਹੀਂ, ਤੇ ਗੁਰੂ ਕੋਲ ਸਿੱਧੇ ਚਲੇ ਗਏ। ਸਤਿਗੁਰੂ ਵਾਪਸ ਭੇਜਣਗੇ, ਜਾ ਤੇਰਾ ਹੰਕਾਰ ਹੁਣ ਉੱਥੇ ਹੀ ਟੁੱਟ ਸਕਦਾ ਹੈ। ਕਿਉਂਕਿ ਇਹ ਵੀ ਤੇ ਇੱਕ ਹੰਕਾਰ ਹੈ। ਮੈਂ ਛੋਟਿਆਂ ਅੱਗੇ ਕਦੀ ਨਹੀਂ ਝੁਕਿਆ, ਮੈਂ ਝੁਕਿਆ ਤੇ ਸਿਰਫ ਵੱਡਿਆਂ ਅੱਗੇ ਝੁਕਿਆ, ਮਾੜੇ ਮੋਟੇ ਆਦਮੀ ਅੱਗੇ ਮੈਂ ਨਹੀਂ ਝੁਕਦਾ। ਤੇ ਮੈਂ ਉਦਾਹਰਨ ਦੇ ਦਿਆਂ ਇਤਿਹਾਸ ਵਿੱਚੋਂ ਛੋਟੀ ਜੀ। ਗੁਰੂ ਨਾਨਕ ਦੇਵ ਜੀ ਦੇ ਕੋਲ ਦੋ ਆਦਮੀ ਆਉਂਦੇ ਨੇ, ਇੱਕ ਕਰੋੜਪਤੀ ਹੈ ਤੇ ਇੱਕ ਉਸ ਕਰੋੜਪਤੀ ਦਾ ਨੌਕਰ। ਇੱਕ ਹੀਰਿਆਂ ਦਾ ਵਪਾਰੀ ਹੈ ਤੇ ਇੱਕ ਉਹਦੇ ਭਾਂਡੇ ਚੁੱਕਦਾ, ਰੋਜ਼ ਉਹਦੀ ਜੁੱਤੀ ਸਾਫ਼ ਕਰਦਾ ਹੈ। ਇੱਕ ਦੀ ਜਾਣ ਪਛਾਣ ਕੱਲੇ ਦੇਸ਼ ਵਿੱਚ ਨਹੀਂ, ਵਿਦੇਸ਼ਾਂ ਤੱਕ। ਉਹਦੇ ਪਲੰਘਾਂ ਤੇ ਹੀਰੇ ਜੜੇ ਨੇ, ਉਹਦੀ ਜੁੱਤੀ ਵਿੱਚ ਹੀਰੇ ਜੜੇ ਨੇ।
ਤੇ ਇੱਕ ਪਾਟੇ ਕੱਪੜਿਆਂ ਵਾਲਾ ਉਹਦਾ ਨੌਕਰ, ਦੋਵੇਂ ਇਕੱਠੇ ਆਉਂਦੇ ਨੇ ਗੁਰੂ ਨਾਨਕ ਸਾਹਿਬ ਦੇ ਕੋਲ। ਤੇ ਸਤਿਗੁਰੂ ਨੇ ਨਜ਼ਰ ਇੱਕਦਮ ਪਾਈ ਤੇ ਨੌਕਰ ਰੰਗਿਆ ਗਿਆ ਪਰਮਾਤਮਾ ਦੇ ਪਿਆਰ ਵਿੱਚ ਉਸੇ ਵੇਲੇ। ਤੇ ਜਿਹੜਾ ਮਾਲਕ ਸੀ ਉਹ ਖਾਲੀ ਰਹਿ ਗਿਆ। ਜਦੋਂ ਨੌਕਰ ਤੇ ਰੰਗ ਚੜਿਆ, ਉਹਦੇ ਤੇ ਬਖਸ਼ਿਸ਼ ਹੋਈ, ਉਹਦੀਆਂ ਅੱਖਾਂ ਕਿਸੇ ਨਸ਼ੇ ਦੀ ਖਬਰ ਦੇਣ ਲੱਗ ਪਈਆਂ। ਉਹਦੀ ਨਜ਼ਰ ਦੇ ਵਿੱਚ ਕੋਈ ਬੇਪਰਵਾਹ ਆ ਗਈ। ਉਹਦੀਆਂ ਅੱਖਾਂ ਦੇ ਵਿੱਚੋਂ ਗਮ, ਚਿੰਤਾ, ਝੋਰਾ, ਪਰੇਸ਼ਾਨੀ ਖੰਭ ਲਾ ਕੇ ਉੱਡ ਗਈ। ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਤੇ ਜਿਹੜਾ ਮਾਲਕ ਸੀ ਨਾ, ਜਿਹਦੇ ਉਹ ਭਾਂਡੇ ਚੁੱਕਦਾ ਸੀ, ਜਿਹਦੀ ਜੁੱਤੀ ਸਾਫ਼ ਕਰਦਾ ਸੀ, ਉਹ ਕੋਲ ਬੈਠਾ ਖਾਲੀ ਦਾ ਖਾਲੀ। ਉਹ ਕਹਿੰਦਾ, ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਤੁਸੀਂ ਮੇਰੇ ਨੌਕਰ ਤੇ ਕਰਦੀ। ਲਓ ਮੈਂ ਤੁਹਾਡੇ ਪੈਰਾਂ ਤੇ ਹੱਥ ਲਾ ਦੇਣਾ। ਸਤਿਗੁਰੂ ਨੇ ਹੱਥ ਫੜ ਲਏ, ਕਹਿਣ ਲੱਗੇ ਮੇਰੇ ਪੈਰਾਂ ਤੇ ਨਾ ਲਾਈ। ਮਾਲਕ ਨੂੰ ਕਹਿੰਦੇ ਨੇ, ਨੌਕਰ ਕੋਲ ਰੰਗਿਆ ਬੈਠਾ ਸਿੱਖੀ ਦੇ ਰੰਗ ਵਿੱਚ। ਮਾਲਕ ਗੁਰੂ ਸਾਹਿਬ ਦੇ ਪੈਰ ਛੂਹਣ ਲੱਗਾ, ਮੇਰੇ ਤੇ ਵੀ ਕਿਰਪਾ ਕਰੋ। ਸਤਿਗੁਰੂ ਨੇ ਹੱਥ ਫੜ ਲਿਆ, ਕਹਿੰਦੇ ਰਹਿਣ ਦੇ। ਕੀ ਗੱਲ ਮਹਾਰਾਜ, ਕਿਉਂ? ਕਹਿਣ ਲੱਗੇ, ਮੈਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਕੋਈ ਕੰਜੂਸੀ ਨਹੀਂ, ਤੂੰ ਮੇਰੇ ਪੈਰਾਂ ਨੂੰ ਹੱਥ ਲਾ, ਪਰ ਤੇਰਾ ਮੇਰੇ ਪੈਰਾਂ ਨੂੰ ਹੱਥ ਲਾਇਆ ਬਣਨਾ ਕੁਝ ਨਹੀਂ। ਕਮਾਲ ਦੀ ਗੱਲ ਹੈ, ਪੂਰਾ ਗੁਰੂ ਸਾਹਮਣੇ ਬੈਠਾ ਹੋਇਆ ਤੇ ਉਹ ਰੋਕ ਰਿਹਾ, ਮੇਰੇ ਪੈਰਾਂ ਨੂੰ ਹੱਥ ਲਾ ਨਾ ਲਾ ਕੋਈ ਗੱਲ ਨਹੀਂ, ਤੇਰੇ ਤੇ ਪ੍ਰਭਾਵ ਨਹੀਂ ਪਏਗਾ। ਹੈਰਾਨ ਹੋ ਗਿਆ, ਕਹਿੰਦੇ ਜਿਸ ਦੇ ਪੈਰਾਂ ਨੂੰ ਹੱਥ ਲਾਇਆ ਮੇਰਾ ਨੌਕਰ ਰੰਗਿਆ ਗਿਆ, ਮੇਰੇ ਤੇ ਕਿਉਂ ਨਹੀਂ ਬਖਸ਼ਿਸ਼, ਮੇਰੇ ਤੇ ਕਿਵੇਂ ਹੋਵੇਗੀ? ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਤੂੰ ਆਪਣੇ ਨੌਕਰ ਦੇ ਪੈਰ ਫੜ ਲੈ ਤਾਂ ਬਖਸ਼ਿਸ਼ ਹੋਣੀ ਹੈ। ਇਹ ਪਟਨਾ ਦੀ ਘਟਨਾ, ਪਟਨਾ ਸਾਹਿਬ ਦੀ। ਤੂੰ ਇਸ ਨੌਕਰ ਦੇ ਫੜ। ਕਹਿਣ ਲੱਗਾ, ਹੈ ਨੌਕਰ ਦੇ ਮੈਂ ਪੈਰ ਫੜਾਂ? ਇਹ ਤੇ ਸਾਰੀ ਉਮਰ ਹੋ ਗਈ, ਮੇਰੇ ਸਾਹਮਣੇ ਅੱਖ ਨਹੀਂ ਚੁੱਕੀ ਇਹਨੇ। ਇਹ ਤੇ ਮੇਰੀ ਜੁੱਤੀ ਰੋਜ਼ ਸਾਫ਼ ਕਰਦਾ ਹੈ, ਮੇਰੇ ਜੂਠੇ ਭਾਂਡੇ ਮਾਂਜਦਾ ਹੈ, ਇਹਦੇ ਪੈਰ ਮੈਂ ਫੜਾਂ? ਸਤਿਗੁਰੂ ਕਹਿੰਦੇ, ਜਿਹਨੂੰ ਤੂੰ ਰੱਬ ਦੀ ਬਖਸ਼ਿਸ਼ ਕਰ ਕਹਿੰਦਾ, ਉਹ ਤਾਂ ਹੀ ਤੇ ਤੇਰੇ ਤੇ ਹੋਈ ਨਹੀਂ, ਇਹ ਗੰਦ ਹੀ ਤੇ ਤੇਰੇ ਵਿੱਚ ਪਿਆ ਹੋਇਆ। ਇਹ ਹੰਕਾਰ ਤੇਰਾ ਟੁੱਟਣਾ ਹੀ ਤਾਂ ਹੈ। ਤੂੰ ਆਪਣੇ ਨੌਕਰ ਅੱਗੇ ਝੁਕ, ਤੂੰ ਗੁਰੂ ਅੱਗੇ ਝੁਕੇਗਾ, ਤੇਰਾ ਨਹੀਂ ਕੁਝ ਬਣਨਾ, ਕੁਝ ਨਹੀਂ ਬਣੇਗਾ। ਇਸ ਲਈ ਸਾਡੇ ਵਿੱਚ 50% ਲੋਕ ਐਸੇ ਨੇ ਜਿਹੜੇ ਗੁਰੂ ਅੱਗੇ ਝੁਕਦੇ ਨੇ, ਜਿਹੜੇ ਸੰਗਤ ਅੱਗੇ, ਗੁਰਮੁਖਾਂ ਅੱਗੇ ਨਹੀਂ ਝੁਕਦੇ। ਉੱਥੇ ਦੇ ਉੱਥੇ ਹੀ ਖੜੇ ਨੇ, ਕਿਤੇ ਵੀ ਨਹੀਂ ਗਏ, ਬਿਲਕੁਲ ਉੱਥੇ ਹੀ ਖੜੇ ਨੇ, ਕੱਖ ਵੀ ਨਹੀਂ ਹੋਇਆ। ਤਾਂ ਹੀ ਸਤਿਗੁਰੂ ਨੇ ਵਾਰ-ਵਾਰ ਕਿਹਾ, ਜਿਹਦੇ ਵਿੱਚ ਹਜ਼ੂਰ ਕਹਿੰਦੇ ਧੂੜ ਮੰਗ। ਧੂੜ ਮੰਗਣ ਦਾ ਮਤਲਬ ਕੋਈ ਨਹੀਂ ਸੀ ਵੀ ਮਿੱਟੀ ਚੁੱਕ ਕੇ ਮਲ ਜ਼ਰੂਰ, ਇਹਦੀ ਜ਼ਰੂਰਤ ਤਾਂ ਨਹੀਂ ਸੀ, ਕੋਈ ਲਾਲ ਹੈ ਤੇ ਨਾਮ ਹੀ ਨਹੀਂ। ਪਰ ਗੱਲ ਇੱਕੋ ਹੀ ਸੀ, ਜੇ ਤੂੰ ਝੁਕਣਾ ਹੀ ਹੈ ਤੇ ਨੀਵੇਂ ਆ ਕੇ ਝੁਕ, ਤਾਂ ਕਿ ਤੇਰੇ ਹੰਕਾਰ ਦੇ ਰਹਿਣ ਦੀ ਗੁੰਜਾਇਸ਼ ਹੀ ਕੋਈ ਨਾ ਬਚੇ। ਕਿਉਂਕਿ ਗੁਮਾਨ ਦਾ ਅਰਥ ਹੈ ਉਹ ਮਾਨ, ਉਹ ਹੰਕਾਰ ਜਿਹੜਾ ਸਾਡੇ ਗਹਿਰੇ ਮਨ ਵਿੱਚ ਰਹਿੰਦਾ ਤੇ ਉਹਦੇ ਸਾਨੂੰ ਦਰਸ਼ਨ ਵੀ ਕੋਈ ਨਹੀਂ ਹੁੰਦੇ ਵੀ ਕਿੱਥੇ ਰਹਿੰਦਾ ਹੈ। ਅਸੀਂ ਆਪਣੇ ਆਪ ਨੂੰ ਨਾਤਾ ਧੋਤਾ ਜਾਣ ਲੈਂਦੇ ਹਾਂ, ਨਾਤਾ ਧੋਤਾ ਸਮਝ ਲੈਂਦੇ ਹਾਂ, ਪਰ ਸਾਨੂੰ ਉਹਦੀ ਖਬਰ ਹੀ ਨਹੀਂ ਮਿਲਦੀ। ਇਸ ਕਰਕੇ ਆਪਣੇ ਹੰਕਾਰ ਨੂੰ ਅਸੀਂ ਖੁਦ ਨਹੀਂ ਵੇਖ ਸਕਾਂਗੇ। ਤਾਂ ਹੀ ਸਤਿਗੁਰੂ ਨੇ ਕਿਹਾ, ਤੂੰ ਗੁਰੂ ਕੇ ਸ਼ਬਦ ਦੇ ਸ਼ੀਸ਼ੇ ਦੇ ਸਾਹਮਣੇ ਆ। ਜਦੋਂ ਗੁਰੂ ਕੇ ਸ਼ਬਦ ਦੇ ਸ਼ੀਸ਼ੇ ਦੇ ਸਾਹਮਣੇ ਆਪਾਂ ਆਵਾਂਗੇ ਨਾ, ਤੁਸੀਂ ਕਦੀ ਵੇਖਣਾ, ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਬਾਣੀ ਦੇ ਸਾਰੇ ਸ਼ਬਦ ਸਾਡੀ ਤਸਵੀਰ ਸਾਡੇ ਸਾਹਮਣੇ ਰੱਖੀ ਜਾਂਦੇ ਨੇ। ਗੁਰਮਤਿ ਵਿਚਾਰ, ਜਿਹੜੀ ਗੁਰਬਾਣੀ ਦੀ ਵਿਚਾਰ ਵੀ ਸਾਡੀ ਤਸਵੀਰ ਸਾਡੇ ਸਾਹਮਣੇ ਰੱਖੀ ਜਾਂਦੀ ਹੈ। ਪਰ ਤੁਸੀਂ ਕਦੀ ਵੇਖਣਾ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਵਿਚਾਰ ਸੁਣਦੇ ਹਾਂ, ਜਿਹੜੇ ਵਿਚਾਰ ਤੇ ਸਾਡੇ ਮਨ ਨਾਲ ਸਹਿਮਤ ਹੋਣ, ਉੱਥੇ ਤੇ ਸਾਡਾ ਚਿਹਰਾ ਖਿੜ ਜਾਂਦਾ ਹੈ। ਜਿੱਥੇ ਮਨ ਸਹਿਮਤ ਨਾ ਹੋਵੇ, ਉੱਥੇ ਅੱਖਾਂ ਜੀਆਂ ਬੰਦ ਹੋ ਜਾਂਦੀਆਂ ਨੇ। ਆਦਮੀ ਸ਼ਬਦ ਵੀ ਲੰਘਾ ਦਿੰਦਾ ਜਲਦੀ ਜਲਦੀ, ਵੀ ਇਹ ਕੋਈ ਗੱਲ ਬਣੀ ਨਹੀਂ, ਇਸ ਨੂੰ ਹੀ ਤੇ ਮਾਰਨਾ ਹੈ। ਸਤਿਗੁਰੂ ਕਹਿੰਦੇ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਤਾਂ ਸਤਿਗੁਰੂ ਦੇ ਅੱਜ ਦੇ ਸ਼ਬਦ ਉਸ ਬ੍ਰਾਹਮਣ ਨੇ ਨਾਲ ਸੰਬੰਧ ਰੱਖਦੇ ਨੇ। ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਇਸ ਸ਼ਬਦ ਦੇ ਅੰਦਰ, ਕਹਿੰਦੇ ਦੋ ਤਰ੍ਹਾਂ ਦੇ ਲੋਕ ਨੇ। ਮੈਂ ਖਾਲਸ ਸ਼ਬਦ ਦੀ ਵਿਆਖਿਆ ਕਰ ਰਿਹਾ ਸਾਂ ਵੀ ਤਬ ਖਾਲਸ ਤਾਹੇ ਨਿਖਾਲਸ ਜਾਣੈ,
ਖਾਲਸੇ ਤੋਂ ਅੱਗੇ ਤੇ ਕੋਈ ਥਾਂ ਹੀ ਨਹੀਂ। ਖਾਲਸਾ ਤੇ ਸਤਿਗੁਰੂ ਪੂਰਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਖਾਲਸੇ ਤੋਂ ਅੱਗੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਹੋਰ ਕੁਝ ਹੈ ਹੀ ਨਹੀਂ, ਪਰਮਾਤਮਾ ਹੀ ਖਾਲਸਾ। ਫਿਰ ਉਹਦੇ ਤੋਂ ਅੱਗੇ ਨਾ ਖਾਲਸ ਕਿਉਂ ਲਿਖਿਆ? ਕਹਿੰਦੇ ਹੋ ਸਕਦਾ ਹੈ ਖਾਲਸੇ ਹੋਣ ਦਾ ਵੀ ਕਿਤੇ ਮੈਂ ਹੰਕਾਰ ਨਾ ਆ ਜਾਏ ਵੀ ਮੈਂ ਹਾਂ ਖਾਲਸਾ, ਇਸ ਕਰਕੇ ਖਾਲਸਾ ਉਹ ਨਾ ਖਾਲਸ ਜਾਣੇ ਜਿਹੜਾ ਆਪਣੇ ਨੂੰ ਆਪ ਨੂੰ ਜਾਣਦਾ ਵੀ ਮੈਂ ਖਾਲਸਾ ਨਹੀਂ ਹਾਂ, ਉਹ ਹੈ ਖਾਲਸਾ। ਤਬ ਖਾਲਸ ਤਾਂ ਹੈ ਨਾ ਖਾਲਸ ਜਾਣਾ ਹੈ। ਉਹ ਅੰਦਰ ਭਾਵ ਹੀ ਨਹੀਂ ਰੱਖਦਾ, ਉਹਦੇ ਵਿੱਚ ਇਹ ਵੀ ਮੈਲ ਨਹੀਂ ਇਕੱਠੀ ਹੋਈ ਕਿ ਮੈਂ ਖਾਲਸਾ ਹਾਂ, ਮੈਂ ਸਿੱਖ ਹਾਂ, ਮੈਂ ਸੰਤ ਹਾਂ, ਮੈਂ ਸਾਧੂ ਹਾਂ, ਮੈਂ ਗੁਰਮੁਖ ਹਾਂ। ਉਹਦੇ ਵਿੱਚ ਇਹ ਵੀ ਮੈਲ ਇਕੱਠੀ ਉਹਨੇ ਨਹੀਂ ਹੋਣ ਦਿੱਤੀ। ਲੋਕ ਉਹਨੂੰ ਖਾਲਸਾ ਕਹਿੰਦੇ ਨੇ, ਪਰ ਉਹ ਅੰਦਰੋਂ ਕੰਬ ਕੇ ਕਹਿੰਦਾ ਵੀ ਕਹਿੰਦੇ ਹੋ ਤੁਸੀਂ ਪਤਾ ਨਹੀਂ ਮੈਂ ਹੈ ਵੀ ਹਾਂ ਕਿ ਨਹੀਂ। ਉਹਦੀ ਇੱਕ ਭਾਵਨਾ ਹੈ, ਉਹਦੇ ਅੰਦਰ ਇੱਕ ਅਰਦਾਸ ਚੱਲਦੀ ਰਹਿੰਦੀ ਹੈ ਕਿ ਕਿਆ ਜਾਨਾ ਕਿਆ ਹੋਏ ਕਿਆ ਰਿਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ। ਕੀ ਪਤਾ ਉਹਦੇ ਦਰ ਤੇ ਜਾ ਕੇ ਪ੍ਰਵਾਨ ਵੀ ਹੋਣਾ ਕਿ ਨਹੀਂ, ਕੀ ਪਤਾ ਉਹਦੇ ਦਰ ਤੇ ਜਾ ਕੇ ਮੇਰੇ ਦੁਆਰਾ ਕੀਤਾ ਹੋਇਆ ਕਮਾਈ ਜੋ ਮੈਂ ਆਪਣੇ ਮਨੋਂ ਬਣਾ ਕੇ ਰੱਖੀ ਹੈ, ਕੀ ਪਤਾ ਉਹਦੇ ਘਰ ਵਿੱਚ ਉਹ ਪ੍ਰਵਾਨ ਵੀ ਕਰੇ ਕਿ ਨਹੀਂ। ਉਹ ਬੇਪਰਵਾਹ ਬੜਾ ਹੈ, ਬਹੁਤ ਵੱਡਾ ਹੈ, ਬਹੁਤ ਉੱਚਾ ਹੈ। ਇਸ ਕਰਕੇ ਅੱਜ ਦੇ ਸ਼ਬਦ ਦੇ ਆਰੰਭ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਢੰਡੋਲਤ ਢੂੰਡਤ ਹਉ ਫਿਰੀ, ਟਹਿ ਟਹਿ ਪਵਨ ਕਰਾਰ। ਕਰਾਰ ਸ਼ਬਦ ਦੇ ਅਰਥ ਵੱਖਰੇ ਵੱਖਰੇ ਵਿਦਵਾਨਾਂ ਨੇ ਕੀਤੇ ਨੇ। ਕਰਾਰ ਦੇ ਅਰਥ ਕਿਨਾਰਾ ਵੀ ਕੀਤੇ ਗਏ ਨੇ, ਕਰਾਰ ਦੇ ਅਰਥ ਹੰਕਾਰੀ ਵੀ ਕੀਤੇ ਗਏ ਨੇ, ਪਰ ਆਮ ਤੌਰ ਤੇ ਕਰਾਰ ਸ਼ਬਦ ਇੱਕ ਥਾਂ ਤੇ ਵਰਤਿਆ ਜਾਂਦਾ ਹੈ। ਜਦੋਂ ਆਪਾਂ ਕਿਸੇ ਨਾਲ ਗੱਲ ਕਰਨੇ ਆ ਤੇ ਉਹਦੇ ਨਾਲ ਇਕਰਾਰਨਾਮਾ ਲਿਖਿਆ ਜਾਂਦਾ ਹੈ, ਇਹ ਸ਼ਬਦ ਉਹਦੇ ਨਾਲ ਸੰਬੰਧਿਤ ਹੈ, ਇਕਰਾਰ ਕਰਨਾ। ਗੁਰੂ ਨਾਨਕ ਸਾਹਿਬ ਉਸ ਬ੍ਰਾਹਮਣ ਨੂੰ ਕਹਿੰਦੇ ਨੇ ਕਿ ਜਿਵੇਂ ਤੂੰ ਲੋਕਾਂ ਨਾਲ ਇਕਰਾਰ ਕਰ ਰਿਹਾ ਕਿ ਤੁਸੀਂ ਆਹ ਕਰੋ ਪੂਜਾ ਤੇ ਤੁਹਾਨੂੰ ਪਰਲੋਕ ਵਿੱਚ ਸਵਰਗ ਵਿੱਚ ਥਾਂ ਦਿਵਾਵਾਂਗਾ, ਇਸ ਤਰ੍ਹਾਂ ਦੇ ਇਕਰਾਰ ਕਰਨ ਵਾਲੇ ਤੇ ਸਮੇਤ ਇਕਰਾਰ ਕਰਾਉਣ ਵਾਲੇ ਮੈਂ ਵਿੱਚ ਹੀ ਡਿੱਗੇ ਵੇਖੇ ਨੇ। ਕੋਈ ਪਾਰ ਨਹੀਂ ਲੰਘਿਆ ਨਾਮ ਤੋਂ ਬਿਨਾਂ, ਪਰਮਾਤਮਾ ਦੀ ਯਾਦ ਤੋਂ ਬਿਨਾਂ ਇਕਰਾਰ ਬੜੇ ਕਰਦੇ ਨੇ, ਦਾਅਵੇ ਬੜੇ ਕਰਦੇ ਨੇ। ਲੋਕਾਂ ਨੂੰ ਕਹਿੰਦੇ ਨੇ ਅਸੀਂ ਤੁਹਾਨੂੰ ਛਡਾ ਲਵਾਂਗੇ ਅਗਲੀ ਦੁਨੀਆ ਵਿੱਚ। ਗੁਰੂ ਨਾਨਕ ਸਾਹਿਬ ਨੇ ਨਹੀਂ ਕਿਤੇ ਗਿਆ, ਹਾਂ ਕਿਤੇ ਪਿਆਰ ਵਿੱਚ ਆ ਕੇ ਜਦੋਂ ਕਿਸੇ ਐਸੀ ਦਸ਼ਾ ਆ ਗਈ ਉੱਥੇ ਜਾ ਕੇ ਜ਼ਰੂਰ ਇਹ ਗੱਲ ਸ਼ਬਦ ਕਹੇ ਨੇ ਕਿ ਜੇ ਤੂੰ ਇਸ ਮਾਰਗ ਤੇ ਤੁਰੇਂਗਾ ਮੈਂ ਤੈਨੂੰ ਰੱਬ ਦੇ ਘਰ ਵਿੱਚ ਥਾਂ ਦੇਵਾਂਗਾ। ਪਰ ਦਾਵਾ ਨਹੀਂ ਕੀਤਾ, ਨਾਲ ਇਹ ਕਿਹਾ ਵੀ ਇਸ ਮਾਰਗ ਤੇ ਚੱਲੇਗਾ ਤੇ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੈ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨ ਲੱਗੇ ਤਤੀ ਵਾਓ ਜੀਓ। ਇਹ ਜ਼ਰੂਰ ਕਿਹਾ ਸਤਿਗੁਰੂ ਨੇ, ਪਰ ਦਾਵਾ ਨਹੀਂ ਕੀਤਾ। ਇਹ ਨਹੀਂ ਕਿਹਾ ਵੀ ਤੂੰ ਜਿਵੇਂ ਦਾ ਵੀ ਹੋਵੇਂਗਾ ਮੈਂ ਤੈਨੂੰ ਬਚਾ ਲਵਾਂਗਾ, ਹੰਕਾਰ ਦਾ ਦਾਵਾ ਨਹੀਂ। ਸਤਿਗੁਰੂ ਉਸ ਬ੍ਰਾਹਮਣ ਨੂੰ ਕਹਿ ਰਹੇ ਨੇ ਪਰਮਾਤਮਾ ਦੇ ਘਰ ਵਿੱਚ ਇਕਰਾਰ ਨਹੀਂ ਕਰੀਦਾ, ਦਾਵਾ ਨਹੀਂ ਕਰੀਦਾ, ਹੰਕਾਰ ਉੱਥੇ ਚੱਲਦਾ ਹੀ ਨਹੀਂ। ਉਸ ਥਾਂ ਤੇ ਸ਼ੁਭ ਕਰਕੇ ਛੱਡਣਾ ਹੁੰਦਾ ਹੈ, ਚੰਗਾ ਕਰਮ ਕਰਕੇ ਵੀ ਉਹਨੂੰ ਤਿਆਗਣਾ ਪੈਂਦਾ ਹੈ। ਕਹਿੰਦੇ ਟੰਡੋਲਤ ਢੂੰਡਤ ਹਾਂ ਫਿਰੀ, ਮੈਂ ਬਹੁਤ ਖੋਜਿਆ, ਬੜਾ ਲੱਭਿਆ। ਇਹ ਖੋਜੀਆਂ ਦਾ ਮਾਰਗ ਜਿਹੜੇ ਲੱਭਣ ਤੇ ਤੁਰਦੇ ਨੇ, ਜਿਹੜੇ ਖੋਜ ਕਰ ਰਹੇ ਨੇ ਇਸ ਜੀਵਨ ਦੇ ਵਿੱਚੋਂ ਨਾਮ ਧਨ ਦੀ ਖੋਜ ਪੈ ਕਰਦੇ ਨੇ, ਖੋਜਦੇ ਨੇ। ਕਿਉਂਕਿ ਇਹ ਜ਼ਿੰਦਗੀ ਇਸ ਤਰ੍ਹਾਂ ਦੀ ਸਾਧ ਸੰਗਤ ਦੀ, ਜੋ ਕੁਝ ਇਹਦੇ ਵਿੱਚੋਂ ਖੋਜਾਂਗੇ ਉਹ ਮਿਲ ਜਾਏਗਾ, ਜੋ ਨਹੀਂ ਖੋਜਾਂਗੇ ਉਹ ਵਿੱਚ ਹੀ ਰਹਿ ਜਾਣਾ, ਪਿਆ ਰਹਿਣਾ। ਜਿਹੜੀ ਚੀਜ਼ ਦੀ ਅਸੀਂ ਖੋਜ ਕਰਨੇ ਉਹ ਮਿਲ ਜਾਂਦਾ। ਜਿਵੇਂ ਹੁਣ ਆਪ ਜੀ ਜੁੜਦੇ ਹੋ, ਜੇ ਤਾਂ ਖੋਜ ਹੈ ਨਾਮ ਦੀ, ਕਿਉਂਕਿ ਗੁਰੂ ਸਾਹਿਬ ਨੇ, ਗੁਰੂ ਰਾਮਦਾਸ ਜੀ ਨੇ ਕਿਹਾ ਵੀ ਨਾਮ ਤੇਰੇ ਅੰਦਰ ਹੈ, ਉਹਨੂੰ ਲੱਭ ਵਿੱਚੋਂ, ਬਾਹਰੋਂ ਨਾਮ ਜਪ। ਤੇ ਇਹ ਕੰਮ ਤੇਰੇ ਗੁਰੂ ਨੇ ਕਰਨਾ, ਗੁਰੂ ਦਾ ਸਹਾਰਾ ਲੈ ਕੇ ਤੁਰੇ। ਔਰ ਸਾਫ਼-ਸਾਫ਼ ਸਤਿਗੁਰੂ ਨੇ ਸ਼ਬਦ ਕਹੇ ਨੇ, ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਂਝਾ। ਜਿਵੇਂ ਕਿ ਬਾਣੀ ਵਿੱਚ ਕਿਹਾ ਇਹ ਨਾਮ ਬਾਹਰਲਾ ਹੈ, ਇਹਨੂੰ ਕਹਿੰਦੇ ਅੱਖਰੀ ਨਾਮ, ਅੱਖਰਾਂ ਦੁਆਰਾ ਜਪਿਆ ਜਾਂਦਾ, ਸਰੀਰ ਦੁਆਰਾ ਜਪਿਆ ਜਾਂਦਾ।
ਤੇ ਜਿਹੜਾ ਨਾਮ ਅੰਦਰ ਇਹ ਮਨੁੱਖ ਦੇ ਉਹ ਸਾਰਿਆਂ ਦੇ ਵਿੱਚ ਹੈ, ਕੋਈ ਖਾਲੀ ਨਹੀਂ ਉਹਦੇ ਤੋਂ, ਕੋਈ ਵੀ ਮਨੁੱਖ ਖਾਲੀ ਨਹੀਂ। ਜਿਵੇਂ ਇੱਕ ਭੀਖਾ ਜੀ ਸਾਧ ਹੋਏ ਨੇ, ਉਹਨਾਂ ਨੇ ਬਹੁਤ ਸੋਹਣਾ ਬਚਨ ਕਿਹਾ। ਉਹ ਕਹਿੰਦੇ ਨੇ ਭੀਖਾ ਭੂਖਾ ਕੋ ਨਹੀਂ, ਸਭ ਕੀ ਗਠੜੀ ਲਾਲ। ਕਹਿੰਦੇ ਕੋਈ ਵੀ ਬੰਦਾ ਭੁੱਖਾ ਨਹੀਂ, ਜਿਹਨੂੰ ਬੰਦੇ ਦਾ ਸਰੀਰ ਮਿਲ ਗਿਆ, ਮਨੁੱਖੀ ਦੇਹ ਮਿਲ ਗਈ ਏ, ਸਾਰਿਆਂ ਦੀ ਦੇਹ ਦੇ ਵਿੱਚ ਉਹ ਨਾਮ ਹੈ। ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ। ਸਾਰਿਆਂ ਦੀ ਸਰੀਰ ਰੂਪੀ ਗਠੜੀ ਦੇ ਵਿੱਚ ਨਾਮ ਦਾ ਹੀਰਾ ਹੈ। ਪਰ ਅੱਗੇ ਉਹਨਾਂ ਨੇ ਸ਼ਬਦ ਕਿਹਾ, ਖੋਲਣ ਸਾਰ ਨਾ ਜਾਣਈ ਤਾਂ ਤੇ ਭਇਓ ਕੰਗਾਲ। ਇਹਨੂੰ ਉਸ ਗੰਢ ਨੂੰ ਖੋਲਣ ਦੀ ਜਾਚ ਨਹੀਂ ਆਈ, ਖੋਲਣਾ ਨਹੀਂ ਆਉਂਦਾ ਉਸ ਗੰਢ ਨੂੰ ਖੋਲਣਾ। ਜਿਹੜੀ ਗੰਢ ਵੱਜ ਗਈ ਸਾਡੇ ਵਿੱਚ, ਉਹ ਗੰਢ ਹੈ ਮਨ ਮਤ ਦੀ। ਆ ਜਪਣਾ ਤਾਂ ਹੀ ਇਹ ਸਿੱਖ ਨੇ ਕਿ ਇਸ ਜਾਪ ਦੀ ਚੋਟ ਦੁਆਰਾ ਉਹ ਗੰਢ ਖੁੱਲ੍ਹ ਜਾਏ, ਜਿਹੜੀ ਸਾਡੇ ਮਨ ਦੇ ਵਿੱਚ ਹੰਕਾਰ ਦੀ ਗੰਢ ਵੱਜੀ ਪਈ ਹੈ। ਫਿਰ ਉਹ ਅੰਦਰੋਂ ਨਾਮ ਦੂਜਾ, ਜਿਹੜਾ ਜਿਹਨੂੰ ਸਤਿਗੁਰੂ ਕਹਿੰਦੇ, ਜਿਨ ਗੁਪਤ ਨਾਮ ਪਰਗੰਝਾ, ਉਸ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਉਹ ਆਨੰਦ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜੇ ਖੋਜਦੇ ਨੇ ਸਰੀਰ ਦੇ ਵਿੱਚੋਂ, ਉਹਨਾਂ ਨੂੰ ਨਾਮ ਦੀ ਦਾਤ ਲੱਭਦੀ। ਪਰ ਕਹਿੰਦੇ ਮੈਂ ਸਭ ਲੱਭ ਕੇ ਵੇਖਿਆ, ਗੁਰੂ ਤੋਂ ਬਿਨਾਂ ਇਕੱਲੇ ਦਾਅਵੇ ਨੇ, ਗੁਰੂ ਦੀ ਮੱਤ ਪ੍ਰਾਪਤ ਕਰਨ ਤੋਂ ਬਿਨਾਂ ਇਕੱਲੇ ਕਰਾਰ ਹੀ ਨੇ। ਮੈਂ ਢਹਿੰਦੇ ਹੋਏ ਲੋਕ ਵੇਖੇ ਨੇ, ਇਸ ਮਾਰਗ ਦੇ ਉੱਤੇ ਵੀ ਸਿਰੇ ਨਹੀਂ ਲੱਗੇ, ਮਾਇਆਧਾਰੀ ਮਾਇਆ ਦੇ ਭਾਰ ਵਿੱਚ ਦੱਬੇ ਗਏ, ਤੇ ਵਿਦਿਆ ਵਾਲੇ ਵਿਦਿਆ ਦੇ ਅੱਖਰਾਂ ਦੇ ਭਾਰਾਂ ਵਿੱਚ ਦੱਬੇ ਗਏ, ਦਾਨ ਕਰਨ ਵਾਲੇ ਦਾਨ ਦੇ ਹੰਕਾਰ ਵਿੱਚ ਦੱਬੇ ਗਏ। ਫਿਰ ਅੱਗੇ ਬਚਨ ਕੀਤੇ, ਕਹਿੰਦੇ ਭਾਰੇ ਟਹਿਤੇ ਢਹਿ ਪਏ, ਹੌਲੇ ਨਿਕਸੇ ਪਾਰ। ਇਹ ਸਮੁੰਦਰ ਹੈ, ਇਹ ਸਮੁੰਦਰ ਐਸਾ ਜਿੱਥੇ ਫਰੀਦ ਸਾਹਿਬ ਵਰਗਿਆਂ ਨੇ ਕਹਿ ਦਿੱਤਾ ਸੀ, ਕਿਉਂਕਿ ਇਹਦੇ ਵਿੱਚ ਡੁੱਬਣ ਦੇ ਅਸਾਰ ਬਹੁਤ ਜ਼ਿਆਦਾ ਨੇ। ਜਿਨ੍ਹਾਂ ਨੂੰ ਤੇ ਗੁਰੂ ਕੇ ਸ਼ਬਦ ਦੀ ਬੇੜੀ ਮਿਲ ਗਈ, ਉਹ ਤੇ ਪਾਰ ਲੰਘ ਗਏ ਸਮੁੰਦਰ ਤੋਂ, ਬਾਕੀ ਸਾਰਾ ਕੁਝ ਡੁੱਬ ਗਿਆ। ਇਹਦੇ ਵਿੱਚ ਫਰੀਦ ਸਾਹਿਬ ਨੇ ਇੱਥੋਂ ਤੱਕ ਇਸ ਸੰਸਾਰ ਬਾਰੇ ਕਹਿ ਦਿੱਤਾ, ਕਹਿਣ ਲੱਗੇ, ਫਰੀਦਾ ਜਿਹਦੇ ਨਾਲਾ ਕੱਪਿਆ, ਜੇ ਗਲ ਕੱਪੈ ਚੁੱਖ, ਪਵਨ ਨਾ ਇਤੀ ਮਾਮਲੇ, ਸਹਾ ਨਾ ਇਤੀ ਦੁੱਖ। ਫਰੀਦ ਸਾਹਿਬ ਦੇ ਸ਼ਬਦ ਨੇ, ਔਰ ਇਹ ਸ਼ਲੋਕ ਬਹੁਤ ਘੱਟ ਜਾਣਿਆ ਤੇ ਪੜ੍ਹਿਆ ਜਾਂਦਾ ਹੈ। ਜੇ ਦੇ ਨਾਲਾ ਕੱਪਿਆ, ਨਾਲੇ ਦੇ ਅਰਥ ਤੁਸੀਂ ਸਮਝਦੇ ਹੋ। ਜਦੋਂ ਬੱਚਾ ਜਨਮ ਲੈਂਦਾ, ਉਹਦੀ ਧੁੰਨੀ ਦੇ ਨਾਲ ਇੱਕ ਨਾੜ ਹੁੰਦੀ, ਉਹਨੂੰ ਨਾੜੂ ਕਹਿੰਦੇ ਆਮ ਤੌਰ 'ਤੇ। ਜਨਮ ਤੋਂ ਪਹਿਲਾਂ ਉਹਦੇ ਰਾਹੀਂ ਬੱਚਾ ਮਾਂ ਦੇ ਸਰੀਰ ਨਾਲ ਜੁੜਿਆ ਹੁੰਦਾ ਹੈ, ਉਸ ਨਾੜੂ ਦੇ ਰਾਹੀਂ ਖੁਰਾਕ ਖਿੱਚਦਾ ਹੈ। ਫਰੀਦ ਸਾਹਿਬ ਕਹਿੰਦੇ ਵੀ ਜਦੋਂ ਜਨਮ ਹੁੰਦਾ ਹੈ ਨਾ ਬੱਚੇ ਦਾ, ਉਹ ਜਿਹੜੀ ਦਾਈ ਉਹ ਨਾਲਾ ਵੱਢਦੀ, ਕੱਟ ਦਿੰਦੀ ਉਸ ਨੂੰ। ਤੇ ਫਰੀਦ ਸਾਹਿਬ ਨੇ ਕਮਾਲ ਦੇ ਸ਼ਬਦ ਕਹਿ ਦਿੱਤੇ, ਕਹਿੰਦੇ ਉਸ ਦਾਈ ਨੂੰ ਕਹਿ ਰਹੇ ਨੇ ਵੀ ਜਿੱਦਣ ਤੂੰ ਨਾਲਾ ਕੱਟਿਆ ਸੀ ਨਾ, ਮੇਰਾ ਗਲਾ ਕੱਟ ਦੇਣਾ ਸੀ। ਕਮਾਲ ਦੀ ਗੱਲ ਹੈ, ਜੀਵਨ ਤੋਂ ਹਾਰੇ ਹੋਏ ਗੱਲ ਲੱਗਦੀ, ਪਰ ਇਹਦੇ ਵਿੱਚ ਭੇਦ ਹੋਰ ਹੈ। ਉਹ ਕਹਿੰਦੇ ਨੇ ਵੀ ਜੇ ਇਸ ਜਗਤ ਵਿੱਚ ਆ ਕੇ ਮੈਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਨਹੀਂ ਸੀ ਨਾ ਪਾਉਣੀ, ਉਹਦੇ ਨਾਲ ਨਹੀਂ ਸੀ ਜੁੜਨਾ, ਇਹਦੇ ਨਾਲੋਂ ਚੰਗਾ ਇਹ ਸੀ ਜਿੱਦਣ ਜਨਮ ਲਿਆ ਸੀ ਉਦਣ ਹੀ ਗਲਾ ਕੱਟਿਆ ਜਾਂਦਾ। ਕੀ ਲੋੜ ਸੀ ਇੱਥੇ ਆਉਣ ਦੀ, ਐਵੇਂ ਬੋਝ ਹੀ ਵਧਾਉਣਾ ਸੀ ਧਰਤੀ ਦਾ। ਜਿਹੇ ਦੇ ਨਾਲਾ ਕੱਪਿਆ, ਜੇ ਗਲ ਕੱਪੈ ਚੁੱਖ, ਚੁੱਖ ਦਾ ਅਰਥ ਹੈ ਕਾਹਲੀ ਵਿੱਚ, ਪਵਨ ਨਾ ਇਤੀ ਮਾਮਲੇ। ਆ ਜਿੰਨੇ ਮਾਮਲੇ ਦੁੱਖਾਂ ਦੇ ਮੁਸੀਬਤਾਂ ਦੇ ਪਏ ਨੇ, ਟੁੱਟਣ ਕਰਕੇ ਪਏ ਨੇ ਨਾਮ ਤੋਂ। ਸਾਹਾਂ ਨਾ ਇਤੀ ਦੁੱਖ, ਤੇ ਨਾ ਇੰਨੇ ਸੁੱਖ ਦੁੱਖ ਜਿਹੜੇ ਨੇ ਸਹਿਣੇ ਪੈਂਦੇ। ਇਸ ਕਰਕੇ ਕਹਿੰਦੇ ਇੱਥੇ ਇਹ ਸੰਸਾਰ ਜਿਹੜਾ ਹੈ ਨਾ, ਨਾਮ ਤੋਂ ਬਿਨਾਂ ਹਨੇਰਾ ਇੱਥੇ। ਪਰ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲੀ, ਕਹਿਣ ਲੱਗੇ ਬੂਢਤ ਕੋ ਜੈਸੇ ਬੇੜੀ ਮਿਲਤ। ਜਿਵੇਂ ਡੁੱਬਦੇ ਹੋਏ ਬੰਦੇ ਨੂੰ ਬੇੜੀ ਮਿਲ ਜਾਏ, ਨਾਮ ਇਸ ਤਰ੍ਹਾਂ ਦੀ ਚੀਜ਼ ਹੈ। ਬੂਝਤ ਦੀਪਕ ਮਿਲਤ ਤਿਲਤ, ਜਿਵੇਂ ਦੀਵਾ ਬੁਝਦਾ ਹੋਵੇ ਉਹਦੇ ਵਿੱਚ ਤੇਲ ਪਾ ਦਿਓ ਫਿਰ ਜਗਣ ਲੱਗ ਪੈਂਦਾ ਹੈ। ਇਹ ਨਾਮ ਐਸੀ ਦਾਤ ਹੈ ਇਸ ਜਗਤ ਦੇ ਵਿੱਚ। ਤਾਂ ਹੀ ਸਤਿਗੁਰੂ ਨੇ ਵਾਰ-ਵਾਰ ਇਹਦੀ ਤਾਕੀਦ ਕੀਤੀ, ਗੁਰਮੁਖ ਨਾਮ ਜਪੋ ਮਨ ਮੇਰੇ, 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 ਗੁਰਮੁਖ
गुरमुख नाम जपो मन मेरे, गुरमुख नानक पावो सुख कनेरे, नानक पावो सुख कनेरे, नानक पावो नानक पावो सुख कनेरे, नानक पावो सुख कनेरे, नानक पावो सुख कनेरे, नानक पावो सुख कनेरे। गुरमुख नाम जपो मन मेरे, गुरमुख नाम जपो मन मेरे, गुरमुख नाम जपो मन मेरे, गुरमुख नाम जपो मन मेरे। सतगुਰਾਂ ਦੀ ਬਾਣੀ ਦਾ ਇੱਕ ਇੱਕ ਅੰਕ ਵਾਰ-ਵਾਰ ਨਾਮ ਬਾਰੇ ਕਹਿੰਦਾ ਹੈ। ਔਰ ਜਦੋਂ ਫਿਰ ਇਸ ਤਰ੍ਹਾਂ ਹੁਣ ਨਾਮ ਜਪਣ ਦਾ ਕੋਈ ਸਮਾਗਮ ਚੱਲਦਾ ਤੇ ਸੱਜਣ ਬਹੁਤ ਸਵਾਲ ਵੀ ਕਰਦੇ ਨੇ। ਅੱਜ ਕਿਸੇ ਦਾ ਫੋਨ ਆਇਆ ਵੀ ਇਹ ਜਿਹੜਾ ਵਾਹਿਗੁਰੂ ਦੇ ਅਰਥ ਕੀ ਬਣਦੇ ਨੇ, ਇਸ ਵਾਹਿਗੁਰੂ ਸ਼ਬਦ ਦੇ ਕੀ ਅਰਥ ਹੋ ਸਕਦੇ ਨੇ। ਵੈਸੇ ਤਾਂ ਜੇ ਅੱਖਰਾਂ ਵੱਲ ਜਾਓ ਤੇ ਅਰਥ ਵੀ ਹਨ, ਪਰ ਵਾਹਿਗੁਰੂ ਸ਼ਬਦ ਦੇ ਅੱਖਰੀ ਅਰਥ ਤਾਂ ਸਮਝ ਆਉਣਗੇ ਜੇ ਇਹਨੂੰ ਗੁਰੂ ਵਾਲੇ ਬਣ ਕੇ ਪਿਆਰ ਨਾਲ ਜਪਾਂਗੇ। ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਅਰਥ ਅੱਖਰਾਂ ਤੋਂ ਪਤਾ ਨਹੀਂ ਲੱਗਦੇ। ਵੈਸੇ ਮੈਂ ਬੇਨਤੀ ਕਰਦਿਆਂ ਵਿੱਚ ਜੇ ਕਿਸੇ ਨੂੰ ਲਾਭ ਪ੍ਰਾਪਤ ਹੋ ਜਾਏ, ਇਹ ਸ਼ਬਦ ਐਸਾ ਹੈ ਜਿਹਦੇ ਸਰੀਰ ਦੇ ਵਿੱਚ ਥਾਂ ਨੇ। ਇਹ ਅੱਖਰ ਜਿਹੜਾ ਵਾਹਿਗੁਰੂ ਹੈ, ਇਹਦੇ ਉਚਾਰਨ ਥਾਂ ਨੇ ਸਰੀਰ ਦੇ ਵਿੱਚ, ਸਥਾਨ ਨੇ ਇਹਦੇ। ਔਰ ਇਹਦੀ ਇੱਕ ਇੱਕ ਆਵਾਜ਼ ਬੰਦੇ ਦੇ ਸਰੀਰ ਦੇ ਉੱਤੇ ਔਰ ਸੁਰਤ 'ਤੇ ਪ੍ਰਭਾਵ ਪਾਉਂਦੀ ਹੈ, ਅਸਰ ਪਾਉਂਦੀ ਹੈ, ਉਹਨੂੰ ਸੋਧਦੀ ਹੈ। ਜਿਵੇਂ ਕੋਈ ਚੀਜ਼ ਉਲਝੀ ਹੋਵੇ ਨਾ, ਜਿਵੇਂ ਕੰਧ ਨੂੰ ਬਣਾਉਣਾ ਹੋਵੇ, ਕੰਧ ਪੁਰਾਣੀ ਹੋ ਜਾਏ, ਵਿੱਚ ਟੋਏ ਪੈ ਜਾਣ ਤੇ ਉਹਨੂੰ ਕਿਸੇ ਔਜ਼ਾਰ ਦੇ ਨਾਲ ਠੀਕ ਕੀਤਾ ਜਾਂਦਾ, ਸੋਧਿਆ ਜਾਂਦਾ। ਵਾਹੇ ਸ਼ਬਦ ਜਿਹੜਾ ਹੈ ਇਹ ਉਦੋਂ ਪੈਦਾ ਹੁੰਦਾ ਜਦੋਂ ਮਨੁੱਖ ਨੂੰ ਕੋਈ ਅਚਰਜ ਚੀਜ਼ ਦਿਸੇ ਸਾਹਮਣੇ, ਜਿਹੜੀ ਉਹਨੇ ਪਹਿਲਾਂ ਕਦੇ ਨਹੀਂ ਵੇਖੀ, ਪਹਿਲਾਂ ਕਦੀ ਨਜ਼ਰ ਨਹੀਂ ਆਈ, ਇੱਕਦਮ ਸਾਹਮਣੇ ਆ ਗਈ ਤੇ ਆਦਮੀ ਕਹਿੰਦਾ ਵਾਹ। ਤੇ ਗੁਰੂ ਅੱਖਰ ਜਿਹੜਾ ਹੈ ਉਹਦੇ ਅਰਥ ਨੇ ਹਨੇਰੇ ਵਿੱਚ ਚਾਨਣ ਕਰਨ ਵਾਲਾ। ਗੱਗੇ ਦਾ ਅਰਥ ਹਨੇਰਾ, ਰਾਰੇ ਦਾ ਅਰਥ ਚਾਨਣ ਹੈ। ਜੇ ਕੋਈ ਪਿਆਰ ਨਾਲ ਇਸ ਅੱਖਰ ਨੂੰ ਜਪੇਗਾ, ਮਨ ਦੇ ਕੇ, ਮਨ ਲਾ ਕੇ, ਤੇ ਇਸ ਮਨ ਦੇ ਵਿੱਚ ਪਏ ਹੋਏ ਬੇਵਿਸ਼ਵਾਸੀ, ਅਸ਼ਰਧਾ, ਝੋਰੇ, ਚਿੰਤਾ ਦਾ ਜਿਹੜਾ ਹਨੇਰਾ ਹੈ ਉਹ ਮਿਟੇਗਾ ਤੇ ਗੁਰੂ ਦੇ ਪਿਆਰ ਦਾ ਦੀਵਾ ਜਗ ਪੈਗਾ, ਜਿਹਨੂੰ ਵੇਖ ਕੇ ਸਾਹਮਣੇ ਫਿਰ ਆਪਣੇ ਆਪ ਅੰਦਰੋਂ ਵਾਹ ਵਾਹ ਦੀ ਧੁਨ ਪੈਦਾ ਹੋਵੇਗੀ ਉਸ ਅਵਸਥਾ ਨੂੰ ਵੇਖ। ਪਰ ਇਹ ਜਪਣ ਨਾਲ ਪਤਾ ਲੱਗੇਗਾ। ਹਾਂ, ਇਹ ਠੀਕ ਹੈ, ਜਪਣ ਵਾਲੀ ਚੀਜ਼ ਸਾਡੇ ਕੋਲ ਚਾਹੀਦੀ ਹੈ, ਖਿਆਲ ਰੱਖਣਾ। ਜਿਹਦੇ ਨਾਲ ਅਸੀਂ ਜਪਣਾ ਹੈ ਉਹ ਚੀਜ਼ ਨਾਲ ਸ਼ਾਮਲ ਹੋਵੇਗੀ ਤਾਂ ਹੈ, ਬਿਨਾਂ ਸਾਧਨ ਤੋਂ ਸਿੱਧੀ ਨਹੀਂ। ਹੱਥ ਸਾਡੇ ਕੋਲ ਹੋਵੇਗਾ, ਗਰਾਈ ਤਾਂ ਤੋੜ ਸਕਾਂਗੇ। ਉਹਨੂੰ ਸਤਿਗੁਰੂ ਨੇ ਕਿਹਾ ਸੁਰਤ, ਉਹਨੂੰ ਕਿਹਾ ਧਿਆਨ। ਇਸ ਕਰਕੇ ਸ਼ਬਦ ਜਿਹੜਾ ਹੈ ਇਹਦਾ ਅਰਥ ਹੈ ਅਚਰਜ ਚੀਜ਼ ਨੂੰ ਵੇਖ ਕੇ ਹੈਰਾਨ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਰੇ ਟਹਿ ਤੇ ਟਹਿ ਪਏ, ਜਿਨ੍ਹਾਂ ਦੇ ਉੱਤੇ ਮਾਇਆ ਦੇ ਮੋਹ ਦਾ ਭਾਰ ਸੀ ਉਹ ਤੇ ਰਸਤੇ ਵਿੱਚ ਹੀ ਰਹਿ ਗਏ। ਹੌਲੇ ਨਿਕਸੇ ਪਾਰ, ਜਿਹੜੇ ਹੌਲੇ ਹੋ ਗਏ, ਖਾਲੀ ਹੋ ਗਏ, ਸ਼ੁੱਧ ਹੋ ਗਏ, ਉਹ ਪਾਰ ਨਿਕਲ ਗਏ। ਅਮਰ ਅਜਾਚੀ ਹਰ ਮਿਲੇ, ਤਿਨ ਕੈ ਹੋਂ ਬਲ ਜਾਉ। ਅਮਰ ਦਾ ਅਰਥ ਉਹ ਵਾਹਿਗੁਰੂ ਜੀ ਦੀ ਕਦੀ ਮੌਤ ਨਹੀਂ ਹੁੰਦੀ। ਅਜਾਚੀ ਦਾ ਅਰਥ ਹੈ ਉਹ ਲੋਕ ਜਿਨ੍ਹਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਯਾਚਨਾ ਨਹੀਂ ਰਹਿੰਦੀ। ਧਿਆਨ ਦੇਣਾ, ਕੋਈ ਇੱਛਾ ਨਹੀਂ, ਇੱਛਾ ਰਹਿਤ ਜਪਦੇ ਨੇ। ਕੌਣ ਪਾਰ ਨਿਕਲੇ ਨੇ? ਜਿਨ੍ਹਾਂ ਦਾ ਮਨ ਸਿਰਫ ਨਾਮ ਨੂੰ ਹੀ ਮੰਗਦਾ ਸੀ, ਹੋਰ ਕਿਸੇ ਚੀਜ਼ ਨੂੰ ਮੰਗਦੇ ਨਹੀਂ ਸੀ। ਉਹਨਾਂ ਦੇ ਅੰਦਰੋਂ ਇੱਕੋ ਹੀ ਆਵਾਜ਼ ਨਿਕਲਦੀ ਸੀ, ਸਿਰਫ ਨਾਮ ਦੀ। ਬਾਕੀ ਸਾਰੀਆਂ ਆਵਾਜ਼ਾਂ, ਸਾਰੀਆਂ ਮੰਗਾਂ, ਸਾਰੀਆਂ ਅਰਦਾਸਾਂ ਵਿੱਚ ਹੀ ਰਹਿ ਗਈਆਂ। ਉਹਨਾਂ ਨੂੰ ਕਹਿੰਦੇ ਅਜਾਚੀ। ਜਾਚੀ ਦਾ ਅਰਥ ਹੈ ਜਾਚਣ ਵਾਲਾ, ਮੰਗਣ ਵਾਲਾ, ਤੇ ਅਜਾਚੀ ਦਾ ਅਰਥ ਹੈ ਜਿਹੜਾ ਕੁਝ ਵੀ ਨਾ ਮੰਗੇ।
अमर अजाची हर मिले, वो वैगुरु नाल मिल गए। तिन कै हों बल जाऊं, सतगुरु कहंदे मैं उन्हां तो बलहार जांदा हां। तिन की धूड़ अघोलीए, संगत मेल मिलाओ, उन्हां दी चरण धूड़ मिलन दे नाल मनुख संसार दे मोह दी पकड़ तो छुट जांदा है। नाम साडी जिंदगी नूं मुक्त करदा है। साडे शरीर दे विच पदार्थां विच फसे हुए मन नूं इहदे विचों खिੱਚਦਾ है, बाहर कढदा है। साडी जिंदगी दे दो हिस्से कर दिंदा है, एक स्थूल ते एक सूक्ष्म। ये नाम अघोलीए संगत मेल मिलाओ। फिर हजूर कहंदे मन दिया गुर आपणे, पाया निर्मल नाम। पूरे गुरु नूं मन की भेंट दिती ते इहदे बदले नाम की दात मिली, क्योंकि होर कोई रस्ता नहीं। ये मार्ग मन देण दा है, इत्थे होर कोई भेंट नहीं चलदी, इत्थे होर कोई भेटा होर मुल नहीं तारिया जांदा। इस थां तो नाम की दात मिलदी तां है जे असीं अपना मन भेंट करने। ख्याल रखना, एक नाम असीं जपने आ, एक नाम सानू सतगुरु वालों दिता जाता है। साडा नाम केवल अखरी है, पर उहदे विच जदों रस पैना वो पूरे गुरु की बख्शिश नाल पैना है, वो साडी मेहनत नाल नहीं। साडी मेहनत जपन तक सीमित है, उचारण करन तक सीमित है। इस तो अगला हिस्सा उहदी बख्शिश है। फिर कहंदे जिन नाम दिया तिस सेवसा, तिस बलहारै जाऊं। जिस पूरे गुरु ने नाम की दात दी, उस पूरे गुरु की सेवा करा, उस पूरे गुरु का करजा चुका दियाँ, क्योंकि ये दात होर किसे तो नहीं मिल सकती। बाकी दियां दातां ते जगत विच हन, पर जिहड़ी नाम की दात है ये गुरु तो बिना किसे कोल नहीं। पूरे गुरु तो बिना नाम नहीं जपिया जा सकता। इस करके हजूर कहंदे जो उसारे सो ढाहसी, तिस बिन अवर न कोए। जिन्ने जगत उसारिया वो ही ढाउण वाला है, होर कोई करता नहीं, होर कोई भुगता नहीं। गुर प्रसादी तिस संभलाण, तां तन दुख ना होए। सतगुरु उस ब्राह्मण नूं समझा रहे ने, कहंदे तू गुरु दा पल्ला फड़। जे तू गुरु दे मार्ग ते तुर के धर्म कमाएगा तो लेखे विच पै जाएगा, नहीं तो सिर्फ एक कर्म रह जाणगे। परमात्मा दे दर ते किसी भी कर्म नूं थां नहीं मिलदी। कर्म सारे इत्थे रह जांदे ने। अवर करतूत सगली जम डानै, गोबिंद भजन बिन तिल नहीं मानै। नाम तो बिना जमदूत बिल्कुल भी नहीं मनदे, ते नाम की दात मिलती है। गुरु के चरनी लग्या, गुरु के चरणों के नाल प्रीत कीतियां, अरदास कीतियां। आओ सतगुरां दे चरणों विचों प्यार सहित सारे इकागर हो गए। बाकी दे रहिंदे मिनट आपां दात मंगीए, मन नूं तैयार करिए, भांडे नूं सीधा करिए, सारे प्यार सहित इकागर चित चौंकड़ा मार के बैठो। गुरु चरणों नाल त्यार जोड़ के अरदास करिए। विसर नाहीं दातार, विसर नाहीं दातार, विसर नाहीं दातार, विसर नाहीं दातार, विसर नाहीं दातार। अपना नाम दे हो, 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 अपना नाम दे हो। विसर नाहीं दातार, विसर नाहीं दातार, विसर नाहीं दातार, विसर नाहीं दातार। अपना नाम
नानक चाओए हो, नानक चाओए हो, नानक विसर नाहि दातार, विसर नाहि दातार, विसर अपना नाम देहो, अपना नाम देहो, अपना गुण गावा दिन रात, गुण गावा दिन रात, नानक चाओए हो, नानक चाओए हो, नानक नानक चाओ। सो सतगुरु बख्शिश करन ਇਹ ਉਪਦੇਸ਼ ਸਾਡੇ ਜੀਵਨ ਵਿੱਚ ਵਸਣ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।